people think that international car-free days are an effective way of reducing air pollution. Other thinks that there are some other ways. Discuss both views and give your opinion. Simply ਇਹਦੇ ਵਿੱਚ ਕਰਨਾ ਕੀ ਆਪਾਂ ਇੱਕ ਬੀਪੀ ਦੇ ਵਿੱਚ ਅਸੀਂ ਪਹਿਲੇ ਵਿਊ ਨੂੰ ਦੱਸ ਦੇਣਾ ਕਿ ਕੁਝ ਲੋਕ ਕੀ ਕਹਿੰਦੇ ਆ ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਆਰ ਐਨ ਇਫੈਕਟਿਵ ਵੇ। ਇਫੈਕਟਿਵ ਵੇ ਮੀਨਸ ਸੂਟੇਬਲ ਵੇ ਹੈਗਾ ਕਿ ਇਸ ਚੀਜ਼ ਨੂੰ ਰਿਡਿਊਸ ਕਰਨ ਲਈ ਏਅਰ ਪੋਲਿਊਸ਼ਨ। ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਕੀ ਹੋਗਾ ਕਿ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਵੀ ਕਾਰ ਨਾ ਚੱਲੇ ਉਸ ਦਿਨ, ਠੀਕ ਹੈ, ਕੋਈ ਗੱਡੀਆਂ ਵਗੈਰਾ ਕੁਛ ਨਾ ਚੱਲੇ ਉਸ ਦਿਨ। ਉਹਦੇ ਨਾਲ ਕੀ ਹੋਊਗਾ ਏਅਰ ਪੋਲਿਊਸ਼ਨ ਘਟੂਗਾ ਉਸ ਦਿਨ ਦੀ, ਕੁਛ ਤਾਂ ਇਫੈਕਟ ਪਊਗਾ ਨਾ। ਸੋ ਕੁਛ ਲੋਕ ਕਹਿੰਦੇ ਆ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਅਦਰਸ ਥਿੰਕ ਦੈਟ ਦੇਅਰ ਆਰ ਅਦਰ ਵੇਜ਼। ਕੁਛ ਲੋਕ ਕਹਿੰਦੇ ਨਹੀਂ ਹੋਰ ਵੀ ਤਰੀਕੇ ਹੈਗੇ ਆ ਜਿਹਦੇ ਨਾਲ ਏਅਰ ਪੋਲਿਊਸ਼ਨ ਅਸੀਂ ਕੰਟਰੋਲ ਕਰ ਸਕਦੇ ਹਾਂ। ਸੋ ਇਹ ਦੋਨੋਂ ਤਰੀਕੇ ਆਪਾਂ ਕੀ ਕਰਨਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ। BP1 ਦੇ ਵਿੱਚ ਅਸੀਂ ਪਹਿਲੀ ਚੀਜ਼ ਨੂੰ ਦੱਸ ਦੇਣਾ, BP2 ਦੇ ਵਿੱਚ ਅਦਰ ਵੇਜ਼ ਦੱਸਣੇ ਆ ਕਿ ਉਹਦੇ ਵਿੱਚ ਕੀ ਹੋ ਸਕਦਾ। ਸੋ ਇੰਟਰੋਡਕਸ਼ਨ ਕੀ ਲਿਖੋਗੇ ਇਟ ਇਜ਼ ਟਰੂ ਫੈਕਟ ਦੈਟ ਹਿਊਮਨ ਕਾਈਂਡ ਹੈਵ ਬੀਨ ਐਨਕਾਊਂਟਰਿੰਗ ਮੀਨਸ ਕੱਲ੍ਹ ਵੀ ਕਰਵਾਇਆ ਸੀ ਫੇਸਿੰਗ ਗ੍ਰੈਪਲਿੰਗ ਐਨਕਾਊਂਟਰਿੰਗ ਦ ਅਨਪ੍ਰੈਸੀਡੈਂਟਡ ਔਰ ਇਨੋਰਮਸ ਗਲੋਬਲ ਪੋਲਿਊਸ਼ਨ। ਅਨਪ੍ਰੈਸੀਡੈਂਟਡ ਕੀ ਹੋ ਗਿਆ ਨੈਵਰ ਸੀਨ ਬਿਫੋਰ ਮੀਨਸ ਇੰਨਾ ਜ਼ਿਆਦਾ ਪੋਲਿਊਸ਼ਨ ਆ ਕਿ ਜਿਹੜਾ ਪਹਿਲਾਂ ਕਦੀ ਦੇਖਿਆ ਹੀ ਨਹੀਂ ਸੀ। 19 ਲੈਵਲ ਦਾ ਜਿਹੜਾ ਏਅਰ ਪੋਲਿਊਸ਼ਨ ਜਿਹੜਾ ਅੱਜ ਕੱਲ੍ਹ ਲੋਕੀ ਕੀ ਕਰ ਰਹੇ ਆ ਫੇਸ ਕਰ ਰਹੇ ਆ। ਸੋ ਇਟ ਇਜ਼ ਟਰੂ ਫੈਕਟ ਦੈਟ ਹਿਊਮਨ ਕਾਈਂਡ ਹੈਵ ਬੀਨ ਐਨਕਾਊਂਟਰਿੰਗ ਦ ਅਨਪ੍ਰੈਸੀਡੈਂਟਡ or enormous global air pollution, while individuals argue that curbing air pollution by introducing international car-free days is promising। ਕਿਉਂਕਿ ਭਾਵੇਂ ਕੁਝ ਲੋਕੀ ਸੋਚਦੇ ਆ ਕਿ ਜਿਹੜਾ ਇੰਟਰੋਡਿਊਸ ਕਰਨਾ ਨਵਾਂ ਜਿਹੜਾ ਮੈਥਡ ਆ ਕਿਹੜਾ car-free days is in an effective way or is it promising? I personally believe that ਮੇਰਾ personal view ਕੀ ਆ I personally believe that other more effective method should be taken into consideration। taken into consideration means ਕਿ ਹੋਰ ਜਿਹੜੇ ਮੈਥਡ ਆ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ, ਉਹਨਾਂ ਨੂੰ ਵੀ ਇੰਪਲੀਮੈਂਟ ਕਰਨਾ ਚਾਹੀਦਾ। ਇਕੱਲਾ ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਦੇ ਨਾਲ ਏਅਰ ਪੋਲਿਊਸ਼ਨ ਕੰਟਰੋਲ ਨਹੀਂ ਹੋਣਾ, ਠੀਕ ਆ, ਉਹ ਵੀ ਇੱਕ ਵਧੀਆ ਗੱਲ ਆ ਕਿ ਉਹਦੇ ਨਾਲ ਵੀ ਇੰਪਰੂਵਮੈਂਟ ਹੋਣੀ ਆ। ਬਟ ਮੇਰਾ ਵਿਊ ਪੁਆਇੰਟ ਕੀ ਆ ਕਿ ਬਾਕੀ ਮੈਥਡ ਵੀ ਇੰਪਰੂਵ ਹੋਣੇ ਚਾਹੀਦੇ। ਸਾਨੂੰ ਡਿਸਕਸ ਦੋਨੋਂ ਹੀ ਕਰਨੇ ਪੈਣੇ ਆ। BP1 ਦੇ ਵਿੱਚ ਪਹਿਲਾ ਮੈਥਡ, BP2 ਦੇ ਵਿੱਚ ਬਾਕੀ ਮੈਥਡ ਜਿਹੜੇ ਜਿਹਨਾਂ ਨਾਲ ਅਸੀਂ ਐਗਰੀ ਕਰਦੇ ਹਾਂ। ਸੋ BP1 ਕੀ ਆ ਔਨ ਦੀ ਵਨ ਹੈਂਡ ਦੇਅਰ ਆਰ ਵੇਰੀਅਸ ਰੀਜ਼ਨਸ। ਕਹਿੰਦਾ ਇੱਥੇ ਬਹੁਤ ਸਾਰੇ ਰੀਜ਼ਨਸ ਹੈਗੇ ਵਾਈ ਮੈਨੀ ਪੀਪਲ ਆਰਗਿਊ ਦੈਟ ਦਾ ਫਾਰਮਰ ਅਪਰੋਚ ਇਜ਼ ਕੰਡਿਊਸਿਵ। ਕਹਿੰਦਾ ਇੱਥੇ ਬਹੁਤ ਸਾਰੇ ਰੀਜ਼ਨ ਹੈਗੇ ਕਿ ਵਾਈ ਮੈਨੀ ਪੀਪਲ ਕਾਹਤੋਂ ਜਿਹੜੇ ਇੰਨੇ ਸਾਰੇ ਲੋਕੀ ਆ ਉਹ ਕਹਿੰਦੇ ਆ ਕਿ ਜਿਹੜੀ ਫਸਟ ਅਪਰੋਚ ਆ ਕੰਡਿਊਸਿਵ ਆ। ਕੰਡਿਊਸਿਵ ਮੀਨਸ ਬੈਸਟ ਹੈਗੀ ਆ। ਫਸਟ ਅਪਰੋਚ ਮੀਨਸ ਫਸਟ ਜਿਹੜੀ ਅਪਰੋਚ ਕਿਹੜੀ ਆ ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼। ਇਹ ਅਪਰੋਚ ਜਿਹੜੀ ਆ ਬਹੁਤ ਜ਼ਿਆਦਾ ਇਫੈਕਟਿਵ ਹੈਗੀ ਆ ਕਿਸ ਚੀਜ਼ ਲਈ ਟੂ ਰਿਡਿਊਸ ਦਾ ਏਅਰ ਪੋਲਿਊਸ਼ਨ। So it stands to the reason that number of private cars has been increasing significantly in a new era as a result of advent of state of the art or cutting edge technology in the car industries as well as standard of living। So ਇਹ ਕੀ ਹੋ ਗਿਆ state of art ਟੈਕਨੋਲੋਜੀ ਮੀਨਸ ਲੇਟੈਸਟ ਟੈਕਨੋਲੋਜੀ ਆ ਰਹੀ ਆ ਕਾਰਸ ਇੰਡਸਟਰੀਜ਼ ਦੇ ਵਿੱਚ। ਦੂਸਰਾ ਕੀ ਆ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਇੰਪਰੂਵ ਹੋ ਰਿਹਾ। ਸੋ ਉਹਦੇ ਕਰਕੇ ਉਹਨਾਂ ਨੂੰ ਨੀਡ ਹੋ ਰਹੀ ਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਗੱਡੀਆਂ ਲਈਏ ਵਧੀਆ ਵਧੀਆ ਹੈ ਨਾ। ਦ ਨੰਬਰ ਆਫ ਪ੍ਰਾਈਵੇਟ ਕਾਰਸ ਹੈਜ਼ ਬੀਨ ਇਨਕਰੀਜ਼ਿੰਗ ਸਿਗਨੀਫਿਕੈਂਟਲੀ। ਇਹਦਾ ਨੰਬਰ ਆਫ ਕਾਰਸ ਜਿਹੜੇ ਆ ਇਨਕਰੀਜ਼ ਹੋ ਰਹੇ ਆ। ਉਹਦਾ ਰਿਜ਼ਲਟ ਕੀ ਹੋ ਰਿਹਾ ਕੌਨਸੀਕੁਐਂਟਲੀ ਮੋਰ ਕਾਰਸ ਆਰ ਬੀਇੰਗ ਯੂਜ਼ਡ। ਜ਼ਿਆਦਾ ਤੋਂ ਜ਼ਿਆਦਾ ਗੱਡੀਆਂ ਯੂਜ਼ ਕੀਤੀਆਂ ਜਾ ਰਹੀਆਂ। ਪੈਸਿਵ ਫਾਰਮ ਲਗਾਈ ਆ ਮੋਰ ਕਾਰਸ ਆਰ ਬੀਇੰਗ ਯੂਜ਼ਡ ਦ ਮੋਰ ਐਗਜ਼ੌਸਟ ਬੀਇੰਗ ਐਮਿਟਡ। ਕਿ ਜਿੰਨੀਆਂ ਜ਼ਿਆਦਾ ਗੱਡੀਆਂ ਯੂਜ਼ ਕੀਤੀਆਂ ਜਾ ਰਹੀਆਂ ਉਨਾ ਹੀ ਜ਼ਿਆਦਾ ਜਿਹੜਾ ਏਅਰ ਪੋਲਿਊਸ਼ਨ ਆ ਔਰ ਜਿਹੜੀ ਜੋ ਵੀ ਉਹਦਾ ਧੂੰਆਂ ਵਗੈਰਾ ਜੋ ਗੱਡੀਆਂ 'ਚੋਂ ਨਿਕਲਦਾ ਉਨਾ ਜ਼ਿਆਦਾ ਉਹ ਰਿਲੀਜ਼ ਕਰ ਰਹੀਆਂ ਰਿਜ਼ਲਟਿੰਗ ਇਨ ਮੋਰ ਏਅਰ ਪੋਲਿਊਸ਼ਨ। ਉਹਦੇ ਕਰਕੇ ਕੀ ਜ਼ਿਆਦਾ ਏਅਰ ਪੋਲਿਊਸ਼ਨ ਹੋ ਰਿਹਾ। ਸੋ ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਦੇਅਰਫੋਰ ਕੈਨ ਰਿਡਿਊਸ ਦਾ ਅਮਾਊਂਟ ਆਫ ਐਗਜ਼ੌਸਟ ਐਮਿਸ਼ਨ। ਸੋ ਇਹਦੇ ਕਰਕੇ ਕੀ ਹੈ ਜਿਹੜਾ ਪਹਿਲੀ ਸਟੇਟਮੈਂਟ ਜੋ ਕਹਿ ਰਹੇ ਆ ਕਿ ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਆ ਇਹਦੇ ਕਰਕੇ ਕੀ ਹੋਊਗਾ ਜੇ ਅਸੀਂ ਇਹ ਇੰਪਲੀਮੈਂਟ ਕਰਾਂਗੇ ਕੁਛ ਨਾ ਕੁਛ ਜਿਹੜੀ ਅਮਾਊਂਟ ਦੇ ਵਿੱਚ ਏਅਰ ਪੋਲਿਊਸ਼ਨ ਨੂੰ ਰਿਡਿਊਸ ਕਰੂਗਾ। ਇਹੀ ਤੁਸੀਂ ਆਪਣਾ ਪੁਆਇੰਟ ਕਨਕਲੂਡ ਕਰ ਦੇਣਾ। ਸਟੈਮਿੰਗ ਫਰੋਮ ਦਿਸ ਮੋਡ ਆਫ ਟਰਾਂਸਪੋਰਟ। ਸਟੈਮਿੰਗ ਫਰੋਮ ਮੀਨਸ ਜਿਹੜਾ ਨਿਕਲਣਾ ਕਿਸੇ ਚੀਜ਼ ਤੋਂ ਜਨਰੇਟ ਹੋਣਾ। ਸਟੈਮਿੰਗ ਫਰੋਮ ਮੀਨਸ ਜਨਰੇਟ ਹੋਣਾ। ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਦੇਅਰਫੋਰ ਕੈਨ ਰਿਡਿਊਸ ਦਾ ਅਮਾਊਂਟ ਆਫ ਐਗਜ਼ੌਸਟ ਐਮਿਸ਼ਨ। ਐਗਜ਼ੌਸਟ ਐਮਿਸ਼ਨ ਮੀਨਸ ਧੂੰਆਂ ਨਿਕਲਣਾ। ਉਸ ਚੀਜ਼ ਨੂੰ ਕੀ ਕਰ ਸਕਦਾ ਲਿਮਿਟ ਕਰ ਸਕਦਾ ਰਿਡਿਊਸ ਕਰ ਸਕਦਾ। ਦਸ ਵੁੱਡ ਓਬਵੀਅਸਲੀ ਕੰਟਰੀਬਿਊਟ ਟੂ ਇਨਵਾਇਰਮੈਂਟ ਪ੍ਰੋਟੈਕਸ਼ਨ ਇਨ ਅ ਲੌਂਗ ਰਨ। ਕਿ ਜੇ ਅਸੀਂ ਇਹਨੂੰ ਇੰਪਲੀਮੈਂਟ ਕਰ ਲਾਂਗੇ ਕੁਛ ਦਿਨਾਂ ਲਈ ਕਾਰ-ਫ੍ਰੀ ਡੇਜ਼ ਹੌਲੀ ਹੌਲੀ ਕੀ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਸੀਂ ਵਾਰ-ਵਾਰ ਇਹਨੂੰ ਇੰਪਲੀਮੈਂਟ ਕਰਦੇ ਰਹਾਂਗੇ ਤਾਂ ਕੰਟਰੀਬਿਊਸ਼ਨ ਹੁੰਦੀ ਰਹੂਗੀ ਏਅਰ ਪੋਲਿਊਸ਼ਨ ਨੂੰ ਖਤਮ ਕਰਨੇ ਦੀ। ਠੀਕ ਹੈ ਜੀ ਕੁਛ ਹੱਦ ਤੱਕ ਤਾਂ ਘਟੂਗਾ। ਇਹ ਹੋ ਗਿਆ ਵਨ ਸਾਈਡ ਵਿਊ ਕਿ ਇੱਕ ਸਾਈਡ ਦੇ ਲੋਕਾਂ ਦਾ ਵਿਊ ਕੀ ਸੀਗਾ ਤੁਸੀਂ ਉਹ ਐਕਸਪਲੇਨ ਕਰਤਾ। ਹੁਣ ਤੁਹਾਡਾ ਵਿਊ ਕੀ ਸੀਗਾ ਕਿ ਨਹੀਂ ਇਹਦੇ ਨਾਲ ਹੋਰ ਵੀ ਮੈਥਡ ਸਾਨੂੰ ਇੰਪਲੀਮੈਂਟ ਕਰਨੇ ਪੈਣੇ। ਔਨ ਦੀ ਅਦਰ ਹੈਂਡ ਆਈ ਐਡਵੋਕੇਟ ਦੋਜ਼ ਕਿ ਮੈਂ ਉਹਨਾਂ ਦੀ ਗਵਾਹੀ ਭਰਦੀ ਹਾਂ ਮੈਂ ਉਹਨਾਂ ਦੀ ਉਹਨਾਂ ਨਾਲ ਸਹਿਮਤੀ ਰੱਖਦੀ ਹਾਂ ਹੂ ਕਾਉਂਕਰ ਦੈਟ ਕਿ ਜਿਹੜੇ ਬਿਲੀਵ ਕਰਦੇ ਆ ਜਿਹੜੇ ਕਹਿੰਦੇ ਆ ਦੇਅਰ ਆਰ ਨਿਊਮਰਸ ਅਪਰੋਚਿਸ ਬਿਸਾਈਡ ਦਾ ਅਬਵ ਮੈਂਸ਼ਨਡ ਵਨ। ਜਿਹੜੀ ਸਟੇਟਮੈਂਟ ਉਹ ਕਹਿ ਰਹੇ ਆ ਕਿ ਇੰਟਰਨੈਸ਼ਨਲ ਕਾਰ-ਫ੍ਰੀ ਡੇਜ਼ ਇਸ ਤੋਂ ਇਲਾਵਾ ਕਹਿੰਦਾ ਬਾਕੀ ਮੈਥਡ ਵੀ ਹੈਗੇ ਆ। ਆਈ ਐਡਵੋਕੇਟ ਦੋਜ਼ ਮੈਂ ਉਹਨਾਂ ਨਾਲ ਸਹਿਮਤੀ ਭਰਦੀ ਹਾਂ ਹੂ ਕਾਉਂਕਰ ਦੈਟ ਦੇਅਰ ਆਰ ਨਿਊਮਰਸ ਅਪਰੋਚਿਸ ਜਿੱਥੇ ਬਹੁਤ ਸਾਰੀਆਂ ਅਪਰੋਚਿਸ ਹੈਗੀਆਂ
ਜਾਂ ਬਹੁਤ ਸਾਰੇ ਮੈਥਡਸ ਹੈਗੇ ਬਿਸਾਈਡਸ ਦਾ ਵਰਬ ਮੈਂਸ਼ਨ, ਬਿਸਾਈਡਸ ਮੀਨਸ ਇਸ ਤੋਂ ਇਲਾਵਾ, ਉੱਪਰ ਵਾਲੀ ਤੋਂ। Firstly, it is the fair to say that air pollution is not only attributable to increasing car consumptions, but also other sources such as emissions from the industrial areas. It is fair to say that air pollution is not only attributable. Not only means ਕਿ ਕੱਲਾ ਇਹਦੇ ਨਾਲ ਨਹੀਂ ਜੁੜਿਆ ਹੋਇਆ, not only attributable to the increasing number of cars, ਕਿ ਕੱਲੇ cars ਦੀ ਗਿਣਤੀ ਨਾਲ ਨਹੀਂ ਜੁੜਿਆ ਹੋਇਆ air pollution, ਕਿਹਦੇ ਨਾਲ ਆ, ਬਟ ਆਲਸੋ ਟੂ ਦਾ ਅਦਰ ਸੋਰਸਿਸ ਸਚ ਐਜ਼ emission from the industrial area. ਇੰਡਸਟਰੀਅਲ ਏਰੀਆ ਤੋਂ ਵੀ ਜਿਹੜਾ 에ਅਰ ਪੋਲਿਊਸ਼ਨ ਜਨਰੇਟ ਹੁੰਦਾ ਹੈ। ਸੋ ਲੋਕਲ regime therefore should interfere in this field by enacting or making environmental laws. enacting ਕੀ ਹੁੰਦਾ, ਜਨਰੇਟ ਕਰਨਾ, ਮੇਕ ਕਰਨਾ, ਕੋਈ ਨਵਾਂ ਲਾ ਜਿਹੜਾ ਇੰਟਰੋਡਿਊਸ ਕਰਨਾ ਚਾਹੀਦਾ। ਸੋ ਲੋਕਲ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ, ਕੋਈ ਨਵੇਂ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਲਗਾਉਣੇ ਚਾਹੀਦੇ। ਜਿਹੜੀ ਇੰਡਸਟਰੀਅਲ ਏਰੀਆ ਹੈਗਾ ਉਹਨੂੰ ਵੀ ਦੇਖਣਾ ਚਾਹੀਦਾ, ਉਹਨਾਂ 'ਤੇ ਵੀ ਲਿਮਿਟ ਲਗਾਉਣੀ ਚਾਹੀਦੀ ਵੀ ਕਿੰਨਾ ਇਹਨਾਂ ਦਾ 에ਅਰ ਪੋਲਿਊਸ਼ਨ ਹੋ ਰਿਹਾ, which would restrict the amount of emission of the factories. Moreover, awareness could be raised among the inhabitants by encouraging them to involve in eco-friendly activities like planting trees, using public transportation or carpooling system, which can curb a large number of private vehicles. ਉਹਦੇ ਨਾਲ ਕਿਉਂਕਿ private vehicles automatically reduce ਹੋ ਜਾਣਗੇ। By doing so, it would not only tackle the problem but also save national budget. So in conclusion, while there are convincing arguments on both sides of the debate, ਕਿ ਭਾਵੇਂ ਜਿਹੜੇ convincing argument ਆ ਦੋਨੋਂ debate ਦੇ ਦੋਨੋਂ ਸਾਈਡ ਦੇ ਉੱਤੇ ਵਧੀਆ argument ਹੈਗੇ ਆ ਦੋਨੋਂ ਦੀ support ਦੇ ਵਿੱਚ, I personally convinced that, ਮੈਨੂੰ personally ਕੀ ਲੱਗਦਾ, other methods would be highly advantageous. ਜਿਹੜੇ ਬਾਕੀ ਮੈਥਡ ਆ ਇਹ ਜ਼ਿਆਦਾ advantageous ਹੈ, ਇਹਨਾਂ ਦਾ ਜ਼ਿਆਦਾ ਫਾਇਦਾ ਇਹ ਇੰਪਲੀਮੈਂਟ ਹੋਣੇ ਚਾਹੀਦੇ rather than international car free days, ਕਿ ਕੱਲਾ car free days ਨਾਲ ਨਹੀਂ ਗੱਲ ਬਣਨੀ, ਬਾਕੀ ਮੈਥਡ ਵੀ ਇੰਪਰੂਵ ਕਰਨੇ ਪੈਣੇ। Thanks for watching. Here are other 2 videos, you can watch them as well, and if you haven't yet subscribed my channel, please subscribe it and hit the bell icon for my upcoming videos, and share these all videos among your friends.